ਹਉਮੈ ਦੀਰਘ ਰੋਗ ਹੈ, दारू पीस माही, कृपा करे जी अपनी ता गुर का शब्द कमाही। ये गुरु का शब्द ही हਉਮੈ रोग ਦਾ दारू है। बिना शब्द तो, बिना नाम की कमाई तो ना ते भरम ही निवृत्त हुंदा ते ना ही विचों हਉਮੈ जांदी है। बिन प्रीति भगत न होवई, बिन शब्दै थाए न पाए। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾ ਪ੍ਰੀਤੀ ਪਿਆਰ ਤੋਂ ਭਗਤੀ ਵੀ ਨਹੀਂ ਹੋ ਸਕਦੀ। ਤੁਸੀਂ ਜਿੰਨਾ ਮਰਜ਼ੀ ਯਤਨ ਕਰ ਲਵੋ, ਪਰ ਪ੍ਰੇਮ ਤੋਂ ਬਿਨਾ ਭਗਤੀ ਹੋ ਹੀ ਨਹੀਂ ਸਕਦੀ। ਇਸੇ ਲਈ ਗੁਰੂ ਮਹਾਰਾਜ ਨੇ ਆਖਿਆ, ਅਸਲੀ ਜਿਹੜਾ ਪ੍ਰੇਮ ਕਰਨਾ ਹੀ ਸਭ ਤੋਂ ਵੱਡੀ ਭਗਤੀ ਹੈ। ਪ੍ਰੇਮਾ ਭਗਤੀ ਦਾ ਮਤਲਬ ਪ੍ਰੇਮ ਕਰਨਾ। ਕੋਈ ਵੀ ਕੰਮ ਕਰਨਾ ਪ੍ਰੇਮ ਦੇ ਨਾਲ ਕਰਨਾ। ਇਹ ਪ੍ਰੇਮਾ ਭਗਤੀ ਸਭ ਤੋਂ ਮਹਾਨ ਹੈ। ਹਜ਼ੂਰ ਕਹਿੰਦੇ ਬਿਨਾ ਪ੍ਰੀਤੀ ਪ੍ਰੇਮ ਤੋਂ ਭਗਤੀ ਨਹੀਂ ਹੋ ਸਕਦੀ। ਇੱਕ ਥਾਂ ਤੇ ਹੋਰ ਵੀ ਬਚਨ ਆਏ ਨੇ, ਸਾਧ ਸੰਗਤ ਬਿਨਾ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਈ ਤੇਰੀ। ਸਾਧ ਸੰਗਤ ਤੋਂ ਬਿਨਾ ਪ੍ਰੇਮ ਨਹੀਂ ਪੈਦਾ ਹੁੰਦਾ ਤੇ ਪ੍ਰੇਮ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ। ਭਗਤੀ ਵਿੱਚ ਮੁੱਖ ਅੰਗ ਪ੍ਰੇਮ ਹੈ ਤੇ ਦੂਸਰਾ ਹੈ ਭੈ। ਬਿਨ ਪ੍ਰੀਤੀ ਭਗਤ ਨਾ ਹੋਵੇ। ਹਜ਼ੂਰ ਕਹਿੰਦੇ ਬਿਨਾ ਵਾਹਿਗੁਰੂ ਦੀ ਪ੍ਰੀਤੀ ਪਿਆਰ ਤੋਂ ਵਾਹਿਗੁਰੂ ਦੀ ਭਗਤੀ ਨਹੀਂ ਹੋ ਸਕਦੀ। ਬਿਨ ਸ਼ਬਦਾ ਥਾਏ ਨਾ ਪਾਏ, ਤੇ ਬਿਨਾ ਪਾਏ ਗੁਰੂ ਸ਼ਬਦ ਤੋਂ ਅਸੀਂ ਹੋਰ ਜੋ ਵੀ ਕੋਈ ਕੰਮਕਾਰ ਕਰਦੇ ਹਾਂ ਉਹ ਦਰਗਾਹ ਵਿੱਚ ਥਾਂ ਨਹੀਂ ਪੈ ਸਕਦਾ। ਸ਼ਬਦੇ ਹਉਮੈ ਮਾਰੀਐ, ਮਾਇਆ ਕਾ ਭ੍ਰਮ ਜਾਏ। ਸ਼ਬਦ ਦਾ ਅਰਥ ਹੈ ਨਾਮ ਬਾਣੀ ਦੇ ਅਭਿਆਸ ਦੁਆਰਾ ਹੀ ਹਉਮੈ ਨੂੰ ਮਾਰਿਆ ਜਾਂਦਾ ਹੈ ਤੇ ਇਹਦੇ ਨਾਲ ਹੀ ਮਾਇਆ ਦਾ ਭਰਮ ਜਾਂਦਾ ਹੈ। ਅਸੀਂ ਤੇ ਮਾਇਆ ਨੂੰ ਹੀ ਸਭ ਕੁਝ ਸਮਝਿਆ ਹੋਇਆ ਹੈ। ਅਸਲੀ ਮਾਇਆ ਸਾਡੇ ਜੀਵਨ ਦੀ ਇੱਕ ਲੋੜ ਹੈ, ਪਰ ਸਾਡੇ ਜੀਵਨ ਦਾ ਉਦੇਸ਼ ਨਹੀਂ। ਅਸੀਂ ਇਸ ਮਾਇਆ ਨੂੰ ਆਪਣੇ ਜੀਵਨ ਦਾ ਲਕਸ਼ ਬਣਾਇਆ ਹੋਇਆ ਹੈ। ਇਹ ਥੋੜਾ ਜਿਹਾ ਸਮਝਣ ਦੀ ਲੋੜ ਹੈ। ਸਿਆਣੇ ਪੁਰਖਾਂ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ। ਜਿਹੜੀ ਬੇੜੀ ਹੈ ਨਾ, ਉਹ ਦਰਿਆ ਤੋਂ ਪਾਣੀ ਤੋਂ ਪਾਰ ਹੋਣ ਵਾਸਤੇ ਹੁੰਦੀ ਹੈ। ਇਸ ਲਈ ਉਹ ਜਿਹੜੀ ਬੇੜੀ ਹੈ ਉਹ ਪਾਣੀ ਵਿੱਚ ਹੀ ਤਰਦੀ ਹੈ ਤੇ ਪਾਣੀ ਵਿੱਚ ਹੀ ਡੁੱਬਦੀ ਹੈ। ਇਸੇ ਤਰ੍ਹਾਂ ਮਨੁੱਖ ਦੀ ਜ਼ਿੰਦਗੀ ਹੈ, ਬੇੜੀ ਵਾਂਗ। ਭਗਤ ਕਬੀਰ ਜੀ ਨੇ ਲਿਖਿਆ ਹੈ, ਰੇ ਨਰ ਨਾਵ ਚੌੜ ਕਤ ਬੂੜੀ, ਹਰ ਸਿਉ ਤੋੜ ਬਿਖਿਆ ਸੰਗ ਜੋੜੀ। ਕਿ ਇਹ ਮਨੁੱਖ, ਤੂੰ ਆਪਣੇ ਜੀਵਨ ਦੀ ਬੇੜੀ ਨੂੰ ਕਿਉਂ ਡੋਬ ਦਿੱਤਾ ਹੈ? ਉਹ ਕਿਵੇਂ? ਹਰ ਸਿਉ ਤੋੜ ਬਿਖਿਆ ਸੰਗ ਜੋੜੀ। ਤੂੰ ਵਾਹਿਗੁਰੂ ਦੇ ਨਾਲੋਂ ਆਪਣੀ ਪ੍ਰੀਤੀ ਤੋੜ ਕੇ ਮਾਇਆ ਨਾਲ ਜੋੜ ਲਈ ਹੈ। ਇਹੀ ਤੇ ਡੁੱਬਣ ਦਾ ਇੱਕ ਤਰੀਕਾ ਹੈ। ਜਿਹੜੀ ਬੇੜੀ ਹੈ ਉਹ ਪਾਣੀ ਵਿੱਚ ਹੀ ਤਰਦੀ ਹੈ ਤੇ ਪਾਣੀ ਵਿੱਚ ਹੀ ਡੁੱਬਦੀ ਹੈ। ਤਰਦੀ ਕਦੋਂ ਹੈ? ਜਦੋਂ ਵਿੱਚ ਪਾਣੀ ਨਾ ਪਵੇ। ਬੇੜੀ ਵਿੱਚੋਂ ਜਿੰਨਾ ਚਿਰ ਤੱਕ ਖੁਸ਼ਕ ਹੈ ਉਨਾ ਚਿਰ ਤੱਕ ਪਾਣੀ ਵਿੱਚ ਤਰਦੀ ਰਹਿੰਦੀ ਹੈ, ਤੇ ਜਦੋਂ ਬੇੜੀ ਵਿੱਚ ਪਾਣੀ ਭਰ ਗਿਆ ਤੇ ਫਿਰ ਉਹਨੇ ਡੁੱਬਣਾ ਹੀ ਡੁੱਬਣਾ ਹੈ। ਇਸੇ ਤਰ੍ਹਾਂ ਸਾਡੀ ਜਿਹੜੀ ਜ਼ਿੰਦਗੀ ਹੈ ਬੇੜੀ ਦੇ ਸਮਾਨ ਹੈ। ਜਿੰਨਾ ਚਿਰ ਤੱਕ ਸਾਡਾ ਮਨ ਮੋਹ ਮਾਇਆ ਤੋਂ ਨਿਰਲੇਪ ਰਹਿੰਦਾ ਹੈ ਤੇ ਉਨਾ ਚਿਰ ਤੱਕ ਸਾਡੀ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ। ਪਰ ਜਦੋਂ ਸਾਡਾ ਮਨ ਮਾਇਆ ਦੇ ਮੋਹ ਦੇ ਵਿੱਚ ਖਚਤ ਹੋ ਜਾਵੇ ਤੇ ਸਮਝ ਲਓ ਬੇੜੀ ਵਿੱਚ ਪਾਣੀ ਭਰ ਗਿਆ। ਬਸ ਉਦੋਂ ਸਾਡੀ ਇਹ ਜ਼ਿੰਦਗੀ ਦੀ ਬੇੜੀ ਡੁੱਬਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਗੁਰੂ ਕੇ ਸ਼ਬਦ ਦੁਆਰਾ ਹੀ, ਨਾਮ ਦੇ ਅਭਿਆਸ ਦੁਆਰਾ ਹੀ ਹਉਮੈ ਨੂੰ ਮਾਰਿਆ ਜਾਂਦਾ ਹੈ ਤੇ ਸ਼ਬਦ ਦੀ ਕਮਾਈ ਕਰਕੇ ਹੀ ਮਾਇਆ ਦਾ ਭਰਮ ਜਾਂਦਾ ਹੈ। ਨਾਮ ਪਦਾਰਥ ਪਾਈਐ, ਗੁਰਮੁਖ ਸਹਿਜ ਸੁਭਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਮ ਪਦਾਰਥ ਪਾਈਐ, ਗੁਰਮੁਖ ਸਹਿਜ ਸੁਭਾਏ। ਭਾਈ ਗੁਰੂ ਦੀ ਕਿਰਪਾ ਦੁਆਰਾ ਸ਼ਾਂਤੀ ਵਾਲੇ ਸੁਭਾਵ ਨੂੰ ਧਾਰਨ ਕਰਕੇ ਨਾਮ ਪਦਾਰਥ ਪਾਈਐ। ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਅਮੋਲਕ ਪਦਾਰਥ ਹੈ, ਇਹਨੂੰ ਪ੍ਰਾਪਤ ਕਰ ਲਈਦਾ। ਪਹਿਲਾਂ ਗੁਰੂ ਦੁਆਰਾ ਸ਼ਾਂਤੀ ਵਾਲਾ ਸੁਭਾਅ ਧਾਰਨ ਕਰਨਾ ਪੈਂਦਾ ਹੈ। ਜਦੋਂ ਗੁਰੂ ਦੁਆਰਾ ਸ਼ਾਂਤੀ ਤੇ ਧੀਰਜ ਵਾਲਾ ਸੁਭਾਅ ਪ੍ਰਾਪਤ ਹੋ ਜਾਵੇ ਤੇ ਫਿਰ ਅੱਗੇ ਵਾਹਿਗੁਰੂ ਦੇ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲਈਦਾ ਹੈ। ਬਿਨ ਗੁਰ ਗੁਣ ਨਾ ਜਾਪਨੀ,
ਬਿਨ ਗੁਣ ਭਗਤ ਨ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਗੁਰੂ ਤੋਂ ਗੁਣਾਂ ਨੂੰ ਨਹੀਂ ਅਸੀਂ ਜਾਣ ਸਕਦੇ। ਉਹ ਗੁਣ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ, ਵਿਚਾਰ, ਵੈਰਾਗ, ਵਿਵੇਕ, ਖਟ ਸੰਪਤੀ, ਮਮੁਖਸ਼ਤਾ, ਕਰਨਾ, ਮੁਦਤਾ, ਉਪੇਖਸ਼ਾ ਆਦਿ ਕੇ ਗੁਣ ਨੇ। ਬਿਨਾਂ ਗੁਰੂ ਤੋਂ ਅਸੀਂ ਇਹਨਾਂ ਗੁਣਾਂ ਨੂੰ ਨਹੀਂ ਜਾਣ ਸਕਦੇ। ਤੇ ਯਾਦ ਰੱਖੋ, ਬਿਨ ਗੁਣ ਭਗਤ ਨਾ ਹੋਏ, ਬਿਨਾਂ ਗੁਣਾਂ ਤੋਂ ਭਗਤੀ ਵੀ ਨਹੀਂ ਹੋ ਸਕਦੀ। ਗੁਣਾਂ ਦਾ ਗਿਆਨ ਗੁਰੂ ਦੇ ਪਾਸੋਂ ਹੁੰਦਾ ਹੈ ਤੇ ਗੁਣਾਂ ਦੁਆਰਾ ਵਾਹਿਗੁਰੂ ਦੀ ਭਗਤੀ ਹੁੰਦੀ ਹੈ। ਜਪਜੀ ਸਾਹਿਬ ਬਾਣੀ ਵਿੱਚ ਵੀ ਪਿੱਛੇ ਸਤਿਗੁਰੂ ਨੇ ਆਖਿਆ ਸੀ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾਂ ਤੋਂ ਭਗਤੀ ਨਹੀਂ ਹੋ ਸਕਦੀ। ਇਹ ਗੁਰਮਤਿ ਦਾ ਸਿਧਾਂਤ ਹੈ ਤੇ ਜਿਹੜੇ ਗੁਣ ਨੇ ਉਹ ਗੁਰੂ ਤੋਂ ਬਿਨਾਂ ਨਹੀਂ ਮਿਲ ਸਕਦੇ। ਇਸ ਲਈ ਪਹਿਲਾਂ ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰਸਿੱਖੀ ਧਾਰਨ ਕਰੋ ਤੇ ਨਾਲ ਹੀ ਸਿੱਖੀ ਦੇ ਗੁਣ ਪ੍ਰਾਪਤ ਹੋ ਜਾਣਗੇ। ਤੇ ਜਦੋਂ ਗੁਣ ਪ੍ਰਾਪਤ ਹੋ ਗਏ ਤੇ ਫਿਰ ਵਾਹਿਗੁਰੂ ਦੀ ਭਗਤੀ ਕਰਨੀ ਵੀ ਆਸਾਨ ਹੋ ਜਾਂਦੀ ਹੈ। ਭਗਤ ਵਛਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਗੁਰੂ ਦੁਆਰਾ ਗੁਣ ਪ੍ਰਾਪਤ ਕਰਕੇ ਵਾਹਿਗੁਰੂ ਦੀ ਭਗਤੀ ਕੀਤੀ ਤੇ ਫਿਰ ਭਗਤ ਵਸ਼ਲ, ਭਗਤੀ ਨਾਲ ਪਿਆਰ ਕਰਨ ਵਾਲਾ ਅਕਾਲ ਪੁਰਖ ਉਹ ਆਪ ਆ ਕੇ ਮਨ ਦੇ ਵਿੱਚ ਵਸ ਗਿਆ। ਸਹਿਜ ਮਿਲਿਆ ਪ੍ਰਭ ਸੋਏ। ਹਜ਼ੂਰ ਕਹਿੰਦੇ ਉਹ ਸਹਿਜ ਆਤਮਾ ਕਡੋਲ ਅਵਸਥਾ ਦੁਆਰਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਿਲਿਆ ਹੈ। ਨਾਨਕ ਸ਼ਬਦੇ ਹਰ ਸਾਲਾਹੀ ਹੈ, ਕਰਮ ਪ੍ਰਾਪਤ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸ਼ਬਦੇ ਦਾ ਅਰਥ ਹੈ ਗੁਰੂ ਉਪਦੇਸ਼ ਰਾਹੀਂ ਉਸ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਕਰਮ ਪ੍ਰਾਪਤ ਹੋਏ, ਪਰ ਇਹ ਦਾਤ ਭਾਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਅਥਵਾ ਕਰਮ ਦਾ ਅਰਥ ਭਾਗ ਵੀ ਨੇ, ਇਹ ਦਾਤ ਵੀ ਭਾਗਾਂ ਦੇ ਨਾਲ ਹੀ ਮਿਲਦੀ ਹੈ। ਸ੍ਰੀ ਰਾਗ ਮਹੱਲਾ ਤੀਜਾ। ਮਾਇਆ ਮੋਹ ਮੇਰੇ ਪ੍ਰਭ ਕੀਨਾ, ਆਪੇ ਪਰਮ ਭੁਲਾਏ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਦੇ ਅੰਦਰ ਮਨ ਨੂੰ ਸੰਬੋਧਨ ਕਰਕੇ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਮਨ ਰੇ ਨਾਮ ਜਪਹੁ ਸੁਖ ਹੋਏ, ਗੁਰ ਪੂਰਾ ਸਾ ਲਾਹੀਐ, ਸਹਿਜ ਮਿਲੈ ਪ੍ਰਭ ਸੋਏ। ਰਹਾਓ। ਇਹਨਾਂ ਸਿਧਾਂਤਰੂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ, ਮਨ ਰੇ ਐ ਮਨ, ਨਾਮ ਜਪਹੁ, ਬਈ ਨਾਮ ਜਪਿਆ ਕਰ। ਮਹਾਰਾਜ ਜੀ ਦਾ ਫਲ ਕੀ ਹੋਵੇਗਾ? ਸੁਖ ਹੋਏ, ਤੈਨੂੰ ਆਤਮਿਕ ਸੁਖ ਪ੍ਰਾਪਤ ਹੋ ਜਾਵੇਗਾ। ਪਰ ਨਾਲ ਹੀ ਹਜ਼ੂਰ ਕਹਿੰਦੇ ਨੇ, ਗੁਰ ਪੂਰਾ ਸਾ ਲਾਹੀਐ, ਪੂਰੇ ਗੁਰੂ ਦੀ ਵੀ ਸਿਫਤ ਸਲਾਹ ਕਰਨੀ ਹੈ। ਕਿਉਂ? ਸਹਿਜ ਮਿਲੈ ਪ੍ਰਭ ਸੋਏ। ਪੂਰੇ ਗੁਰੂ ਦੀ ਕਿਰਪਾ ਦੁਆਰਾ ਉਹ ਅਕਾਲ ਪੁਰਖ ਵਾਹਿਗੁਰੂ ਸੁਤੇ ਸਿੱਧ ਹੀ ਮਿਲ ਜਾਂਦਾ ਹੈ। ਕੋਈ ਵਿਸ਼ੇਸ਼ ਯਤਨ ਨਹੀਂ ਕਰਨਾ ਪੈਂਦਾ। ਗੁਰੂ ਦੀ ਮਿਹਰ ਹੋ ਗਈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਉਹਨਾਂ ਨੂੰ ਸੁਤੇ ਸਿੱਧ ਹੀ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ ਕਿ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਵਾਲੇ ਬਣਨਾ ਚਾਹੀਦਾ ਹੈ। ਤੇ ਜਿਹੜੇ ਗੁਰੂ ਵਾਲੇ ਹੋ ਕੇ ਵਾਹਿਗੁਰੂ ਨੂੰ ਚੇਤੇ ਕਰਦੇ ਹਨ, ਉਹਨਾਂ ਨੂੰ ਸੁਤੇ ਸਿੱਧੀ ਵਾਹਿਗੁਰੂ ਪਰਮੇਸ਼ਰ ਆ ਕੇ ਮਿਲਦਾ ਹੈ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਾਇਆ ਮੋਹ ਮੇਰਾ ਪ੍ਰਭ ਕੀਨਾ, ਆਪੇ ਪਰਮ ਭੁਲਾਏ। ਇਹ ਜਿਹੜਾ ਮਾਇਆ ਦਾ ਮੋਹ ਹੈ ਨਾ, ਮਾਇਆ ਦੀ ਖਿੱਚ ਹੈ, ਇਹ ਵੀ ਮੇਰੇ ਵਾਹਿਗੁਰੂ ਨੇ ਆਪ ਹੀ ਪੈਦਾ ਕੀਤੀ ਹੈ। ਕੁਰਬਾਨ ਕੀਤਾ ਤਿਸੈ ਵਿਟੋਂ, ਜਨ ਮੋਹ ਮਿੱਠਾ ਲਾਇਆ। ਹੁਣ ਵੇਖ ਲਓ, ਮੋਹ ਵੀ ਤਾਂ ਇੱਕ ਵਾਹਿਗੁਰੂ ਪਰਮੇਸ਼ਰ ਨੇ ਹੀ ਪੈਦਾ ਕੀਤਾ ਹੈ ਨਾ, ਔਰ ਇਹਦੀ ਲੋੜ ਵੀ ਹੈ। ਤੇ ਯਾਦ ਰੱਖੋ, ਜੇ ਮੋਹ ਨਾ ਹੋਵੇ ਤੇ ਫਿਰ ਬੱਚਿਆਂ ਦੀ ਪਰਵਰਿਸ਼ ਨਹੀਂ ਹੋ ਸਕਦੀ। ਆ ਛੋਟੇ ਛੋਟੇ ਬੱਚਿਆਂ ਦਾ ਮੋਹ ਹੀ ਹੈ ਨਾ, ਜਿਹਦੇ ਕਰਕੇ ਇਹਨਾਂ ਦੀ ਪਾਲਣਾ ਪੋਸ਼ਣਾ ਹੁੰਦੀ ਹੈ। ਕੇਵਲ ਮਨੁੱਖ ਦੀ ਗੱਲ ਨਹੀਂ, ਪਸ਼ੂ ਪੰਛੀਆਂ ਵਿੱਚ ਵੀ ਮੋਹ ਹੁੰਦਾ ਹੈ। ਇਸੇ ਲਈ ਹਜ਼ੂਰ ਕਹਿੰਦੇ, ਜਿਹੜਾ ਮਾਇਆ ਦਾ ਮੋਹ ਹੈ, ਇਹ ਵੀ ਮੇਰੇ ਵਾਹਿਗੁਰੂ ਨੇ ਹੀ ਆਪ ਪੈਦਾ ਕੀਤਾ ਹੈ। ਆਪੇ ਪਰਮ ਭੁਲਾਏ। ਤੇ ਵਾਹਿਗੁਰੂ ਨੇ ਆਪ ਹੀ ਜਿਹੜੇ ਮਨਮੁਖ ਜੀਵ ਨੇ ਭਰਮ ਦੇ ਵਿੱਚ ਭੁਲਾਏ ਹੋਏ ਹਨ। ਮਨਮੁਖ ਕਰਮ ਕਰ ਹੈ ਨਹੀਂ ਬੂਝੈ,
ਬਿਰਥਾ ਜਨਮ ਗਵਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਨਮੁਖ ਲੋਕ ਕੰਮ ਤਾਂ ਕਰਦੇ ਨੇ, ਪਰ ਅਸਲੀ ਜਿਹੜਾ ਗੁਰੂ ਸ਼ਬਦ ਦਾ ਸਿਧਾਂਤ ਹੈ, ਗੁਰਮਤਿ ਦਾ ਸਿਧਾਂਤ ਹੈ, ਉਹਨੂੰ ਨਹੀਂ ਉਹ ਸਮਝਦੇ। ਬਿਰਥਾ ਜਨਮ ਗਵਾਏ, ਉਹ ਆਪਣੇ ਜਨਮ ਨੂੰ ਵਿਅਰਥ ਹੀ ਗਵਾ ਲੈਂਦੇ ਹਨ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆ ਜੋ ਗੁਰੂ ਦੀ ਬਾਣੀ ਹੈ, ਇਹ ਸੰਸਾਰ ਦੇ ਵਿੱਚ ਇੱਕ ਬੜਾ ਹੀ ਸੁੰਦਰ ਚਾਨਣ ਹੈ। ਇਹ ਇੱਕ ਦੇਵੀ ਪ੍ਰਕਾਸ਼ ਹੈ, ਇਹ ਇੱਕ ਰੂਹਾਨੀ ਰੋਸ਼ਨੀ ਹੈ। ਕਰਮ ਵਸੈ ਮਨ ਆਏ, ਪਰ ਬਈ ਜਿਨ੍ਹਾਂ ਦੇ ਚੰਗੇ ਭਾਗ ਹੁੰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਆ ਕੇ ਗੁਰਬਾਣੀ ਦਾ ਚਾਨਣ ਵਸਦਾ ਹੈ। ਨਹੀਂ ਤੇ ਅਸੀਂ ਹਨੇਰੇ ਵਿੱਚ ਹੀ ਸਾਰੇ ਭਟਕ ਰਹੇ ਹਾਂ। ਗੁਰਬਾਣੀ ਦੀ ਰੋਸ਼ਨੀ ਉਹਨਾਂ ਦੇ ਮਨ ਦੇ ਵਿੱਚ ਆ ਕੇ ਵਸਦੀ ਹੈ ਵੀ ਜਿਨ੍ਹਾਂ ਦੇ ਚੰਗੇ ਭਾਗ ਹੁੰਦੇ ਨੇ, ਜਾਂ ਦੂਜਾ ਕਰਮ ਦਾ ਅਰਥ ਹੈ ਮਿਹਰ, ਵੀ ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਅਸਲੀ ਇਹ ਮਿਹਰ ਦੀ ਗੱਲ ਹੈ। ਬਾਣੀ ਦਾ ਹਿਰਦੇ ਵਿੱਚ ਵਸ ਜਾਣਾ ਇਹ ਸਾਡੇ ਕਰਮਾਂ ਦਾ ਫਲ ਨਹੀਂ, ਵਾਹਿਗੁਰੂ ਦੀ ਬਖਸ਼ਿਸ਼ ਦਾ ਫਲ ਹੈ। ਇਸੇ ਲਈ ਹਜ਼ੂਰ ਕਹਿੰਦੇ, ਗੁਰੂ ਦੀ ਬਾਣੀ ਇਸ ਸੰਸਾਰ ਦੇ ਵਿੱਚ ਸਭ ਤੋਂ ਉੱਤਮ ਰੋਸ਼ਨੀ ਹੈ। ਕਰਮ ਵਸਾ ਮਨ ਆਏ, ਤੇ ਵਾਹਿਗੁਰੂ ਦੀ ਮਿਹਰ ਦੇ ਨਾਲ ਇਹ ਆ ਕੇ ਮਨ ਦੇ ਵਿੱਚ ਵਸਦੀ ਹੈ। ਮਨ ਰੇ ਨਾਮ ਜਪੋ ਸੁਖ ਹੋਏ, ਗੁਰਪੂਰਾ ਸਾਲਾਹੀਐ, ਸਹਿਜ ਮਿਲੈ ਪ੍ਰਭ ਸੋਏ। ਰਹਾਉ ਪਰਮ ਗਿਆ ਭਉ ਭਾਗਿਆ, ਹਰ ਚਰਣੀ ਚਿਤ ਲਾਏ। ਰਹਾਉ ਦੀਆਂ ਪੰਕਤੀਆਂ ਅੰਦਰ ਸਤਿਗੁਰੂ ਨੇ ਮਨ ਨੂੰ ਸਿੱਖਿਆ ਬਖਸ਼ੀ ਹੈ ਕਿ ਮਨ ਰੇ ਨਾਮ ਜਪੋ ਸੁਖ ਹੋਏ। ਐ ਮਨਾ ਤੂੰ ਵਾਹਿਗੁਰੂ ਦਾ ਨਾਮ ਜਪ, ਇਹਦੇ ਨਾਲ ਤੈਨੂੰ ਸदैवी ਸੁਖ ਪ੍ਰਾਪਤ ਹੋਵੇਗਾ, ਤੇ ਨਾਲ ਹੀ ਗੁਰਪੂਰਾ ਸਲਾਹੀ ਹੈ। ਤੂੰ ਪੂਰੇ ਗੁਰੂ ਨੂੰ ਵੀ ਸਲਾਉਣਾ ਹੈ। ਜਦੋਂ ਪੂਰੇ ਗੁਰੂ ਨੂੰ ਸਲਾਹੇਗਾ, ਸਹਿਜ ਮਿਲੇ ਪ੍ਰਭ ਸੋਏ, ਉਹ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਸੁਤੇ ਸਿੱਧ ਹੀ ਆ ਕੇ ਮਿਲ ਜਾਵੇਗਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਪਰਮ ਗਿਆ ਪਉ ਭਾਗਿਆ, ਹਰ ਚਰਣੀ ਚਿਤ ਲਾਏ। ਵੀ ਜਦੋਂ ਅਸੀਂ ਵਾਹਿਗੁਰੂ ਦੇ ਚਰਨਾਂ ਦੇ ਨਾਲ ਚਿਤ ਜੋੜਿਆ, ਇਹਦੇ ਨਾਲ ਭਰਮ ਵੀ ਚਲਿਆ ਗਿਆ, ਤੇ ਭਰਮ ਦੇ ਨਾਲ ਸਾਰਾ ਭੈ ਵੀ, ਡਰ ਵੀ ਚਲਿਆ ਗਿਆ। ਗੁਰਮੁਖ ਸ਼ਬਦ ਕਮਾਈ ਹੈ, ਹਰ ਵਸੈ ਮਨ ਆਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਗੁਰਮੁਖ ਸ਼ਬਦ ਕਮਾਈਏ, ਬਈ ਗੁਰੂ ਦੇ ਸਨਮੁਖ ਹੋ ਕੇ ਤੇ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਸ਼ਬਦ ਦੀ ਕਮਾਈ ਕਰੀਏ, ਹਰ ਵਸੈ ਮਨ ਆਏ, ਤੇ ਫਿਰ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਹਰ ਮਹਿਲ ਸੱਚ ਸਮਾਈ ਹੈ, ਜਮਕਾਲ ਨ ਸਕੈ ਖਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਬਣ ਕੇ ਨਾਮ ਦੀ ਕਮਾਈ ਕਰਕੇ ਕਰ ਮਹਿਲ ਸੱਚ ਸਮਾਈਐ। ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਘਰ ਦੇ ਵਿੱਚ, ਤੇ ਜਿਹੜਾ ਕਰ ਤੁਰੀਆ ਪਦ ਹੈ ਉਹਦੇ ਵਿੱਚ ਲੀਨ ਹੋ ਜਾਈਦਾ ਹੈ। ਤੇ ਜਿਹੜਾ ਉੱਥੇ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਪਹੁੰਚ ਗਿਆ, ਜਮਕਾਲ ਨਾ ਸਕੈ ਖਾਏ। ਜਿਹੜਾ ਜਮਕਾਲ ਹੈ ਉਹ ਵੀ ਉਸ ਨੂੰ ਖਾ ਨਹੀਂ ਸਕਦਾ, ਉਸ ਦੇ ਨੇੜੇ ਜਮਕਾਲ ਆ ਹੀ ਨਹੀਂ ਸਕਦਾ। ਨਾਮਾ ਛੀਬਾ ਕਬੀਰ ਜੋਲਾਹ, ਪੂਰੇ ਗੁਰ ਤੇ ਗਤ ਪਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਭਗਤਾਂ ਦਾ ਜ਼ਿਕਰ ਕਰਦੇ ਹਨ, ਜਿਨ੍ਹਾਂ ਦੀ ਬਾਣੀ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਮਿਲਦੀ ਹੈ। ਬਈ ਦੇਖ ਲਓ, ਨਾਮਦੇਵ ਜਾਤ ਦਾ ਸ਼ੀਂਬਾ ਸੀ ਤੇ ਭਗਤ ਕਬੀਰ ਜੁਲਾਹਾ ਸੀ, ਪਰ ਇਹਨਾਂ ਨੇ ਪੂਰੇ ਗੁਰੂ ਤੋਂ ਗਤ ਪਾਈ, ਮੁਕਤੀ ਪ੍ਰਾਪਤ ਕੀਤੀ। ਜਾਂ ਗਤ ਦਾ ਅਰਥ ਹੈ ਵੀ ਜਿਹੜੀ ਉੱਚੀ ਆਤਮਕ ਅਵਸਥਾ ਸੀ ਉਹ ਇਹਨਾਂ ਨੇ ਪ੍ਰਾਪਤ ਕੀਤੀ। ਔਰ ਇਹਨਾਂ ਦੇ ਬਾਰੇ ਇਹ ਵੀ ਲਿਖਿਆ ਮਿਲਦਾ ਹੈ, ਜਿਹੜੀ ਪਹਿਲੀ ਸਿੱਖਿਆ ਸੀ ਭਗਤ ਨਾਮਦੇਵ ਜੀ ਤੇ ਭਗਤ ਕਬੀਰ ਜੀ ਨੇ ਰਾਮਾਨੰਦ ਤੋਂ ਪ੍ਰਾਪਤ ਕੀਤੀ ਸੀ। ਪਰ ਉਸ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਾਂਸ਼ੀ ਵਿੱਚ ਗਏ, ਔਰ ਉੱਥੇ ਵੀ ਇਹਨਾਂ ਭਗਤਾਂ ਦੀ ਸਤਿਗੁਰੂ ਮਹਾਰਾਜ ਦੇ ਨਾਲ ਮੁਲਾਕਾਤ ਹੋਈ। ਇਹ ਪ੍ਰਸੰਗ ਇੱਕ ਭਾਈ ਲਹਿਣਾ ਸਿੰਘ ਜੀ ਕਬੀਰ ਪੰਥੀ ਹੋਏ ਨੇ, ਉਹਨਾਂ ਨੇ ਲਿਖਿਆ ਕਿ ਪੰਚਕੋਸ਼ੀ ਅਸਥਾਨ ਤੇ ਭਗਤ ਕਬੀਰ ਜੀ ਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਮਿਲਾਪ ਹੋਇਆ।
ਪਹਿਲਾਂ ਇਹ ਸਰਗੁਣ ਦੇ ਉਪਾਸ਼ਕ ਸਨ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਦੀ ਕਿਰਪਾ ਦੇ ਨਾਲ ਇਹਨਾਂ ਨੂੰ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋਈ, ਜੀਵਨ ਮੁਕਤ ਹੋਏ। ਇਸੇ ਲਈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਗੱਲ ਦੀ ਗਵਾਹੀ ਦਿੰਦੇ ਹਨ ਬਈ ਨਾਮਾ ਸ਼ੀਂਬਾ ਕਬੀਰ ਜੋ ਲਾਹਾ, ਨਾਮਦੇਵ ਭਾਵੇਂ ਜਾਤ ਦਾ ਸ਼ੀਂਬਾ ਸੀ ਤੇ ਕਬੀਰ ਭਗਤ ਜੁਲਾਹਾ ਸੀ, ਪਰ ਇਹਨਾਂ ਨੇ ਪੂਰੇ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਤੋਂ ਉੱਚੀ ਆਤਮਕ ਅਵਸਥਾ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰ ਲਈ। ਬ੍ਰਹਮ ਕੇ ਬੇਤੇ ਸ਼ਬਦ ਪਛਾਣੈ, ਹਉ ਮੈਂ ਜਾਤ ਗਵਾਈ। ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬੇਤੇ ਦਾ ਅਰਥ ਹੈ ਗਿਆਤੇ ਹੋ ਗਏ, ਵਾਕਫਕਾਰ ਹੋ ਗਏ, ਸ਼ਬਦ ਪਛਾਣਿਆ ਹੈ। ਔਰ ਇਹਨਾਂ ਨੇ ਨਾਮ ਨੂੰ ਹੀ ਸਭ ਤੋਂ ਉੱਤਮ ਸਾਧਨ ਪਛਾਣਿਆ ਹੈ ਤੇ ਨਾਮ ਜਪ ਕੇ ਤੇ ਵਾਹਿਗੁਰੂ ਦਾ ਗਿਆਨ ਹਾਸਲ ਕਰਕੇ ਹਉਮੈ ਜਾਤ ਗਵਾਈ। ਇਹਨਾਂ ਨੇ ਆਪਣੀ ਜਾਤੀ ਦੀ ਹਉਮੈ ਗਵਾ ਦਿੱਤੀ। ਸੁਰ ਨਰ ਤਿਨ ਕੀ ਬਾਣੀ ਗਾਵਹਿ, ਕੋਈ ਨ ਮੇਟੈ ਪਾਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਵੇਖ ਲੋ, ਦੇਵਤੇ ਵੀ ਤੇ ਮਨੁੱਖ ਵੀ ਸਾਰੇ ਉਹਨਾਂ ਭਗਤਾਂ ਦੀ ਬਾਣੀ ਨੂੰ ਗਾਉਂਦੇ ਨੇ। ਜਿੱਥੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਹੁੰਦਾ ਹੈ ਉੱਥੇ ਨਾਲ ਭਗਤਾਂ ਦੀ ਬਾਣੀ ਨੂੰ ਵੀ ਗਾਇਨ ਕੀਤਾ ਜਾਂਦਾ ਹੈ। ਕੋਈ ਨਾ ਮੇਟਾ ਭਾਈ, ਭਾਈ ਇਸ ਨੂੰ ਕੋਈ ਵੀ ਮੇਟ ਨਹੀਂ ਸਕਦਾ। ਜਿਹੜੀ ਭਗਤਾਂ ਦੀ ਮਹਿਮਾ ਹੈ, ਭਗਤਾਂ ਦੀ ਵਡਿਆਈ ਹੈ, ਇਹਨੂੰ ਵੀ ਕੋਈ ਮੇਟ ਨਹੀਂ ਸਕਦਾ। ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ, ਦੂਜਾ ਭਾਉ ਨ ਜਾਣੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਪ੍ਰਹਿਲਾਦ ਭਗਤ ਹੋਇਆ ਨਾ, ਉਹ ਦੈਂਤ ਹਰਨਾਕਸ਼ ਦਾ ਪੁੱਤਰ ਸੀ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਜਿਹੜਾ ਹਰਨਾਕਸ਼ ਦੈਨ ਦਾ ਪੁੱਤਰ ਪ੍ਰਹਿਲਾਦ ਸੀ, ਕਰਮ ਧਰਮ ਕਿਛ ਸੰਜਮ ਨਾ ਪੜੈ, ਨਾ ਹੀ ਕੋਈ ਉਹ ਧਰਮ ਕਰਮ ਤੇ ਨਾ ਹੀ ਕੋਈ ਸੰਜਮ ਨੂੰ ਪੜ੍ਹਦਾ ਸੀ, ਕਿਉਂਕਿ ਉਹ ਰਾਖਸ਼ਾਂ ਦੇ ਘਰ ਪੈਦਾ ਹੋਇਆ ਸੀ। ਉਹਨੂੰ ਧਰਮ ਕਰਮ ਕਿਸ ਨੇ ਸਿਖਾਇਆ ਤੇ ਕਿਹਨੇ ਉਹਨੂੰ ਕੋਈ ਜਪ ਤਪ ਆਦਿਕ ਸਾਧਨ ਕਰਨ ਦਿੱਤੇ। ਦੂਜਾ ਪਾਉ ਨਾ ਜਾਣੈ, ਤੇ ਪਰ ਇੱਕ ਗੱਲ ਸੀ, ਭਾਵੇਂ ਉਹ ਧਰਮ ਕਰਮ ਤਾਂ ਨਹੀਂ ਸੀ ਪੜ੍ਹਿਆ ਹੋਇਆ, ਪਰ ਉਹ ਦੂਜੇ ਭਾਵ ਨੂੰ ਵੀ ਨਹੀਂ ਸੀ ਜਾਣਦਾ। ਉਹਦੀ ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ ਲਿਵ ਲੱਗੀ ਹੋਈ ਸੀ। ਸਤਿਗੁਰ ਭੇਟਿਐ ਨਿਰਮਲ ਹੋਆ, ਅੰਦਿਨ ਨਾਮ ਵਖਾਣੇ। ਸਤਿਗੁਰ ਭੇਟਿਆ, ਸਿਹਾਰੀ ਤੇ ਬਿਹਾਰੀ ਦਾ ਖਿਆਲ ਰੱਖਿਆ ਕਰ। ਸਤਿਗੁਰ ਭੇਟਿਆ ਨਿਰਮਲ ਹੋਆ, ਇਹ ਸਿਹਾਰੀ ਤੇ ਬਿਹਾਰੀ ਦੇ ਅਰਥਾਂ ਵਿੱਚ ਵੀ ਅੰਤਰ ਹੁੰਦਾ। ਸਤਿਗੁਰ ਭੇਟਿਆ ਨਿਰਮਲ ਹੋਆ, ਉਹ ਸਤਿਗੁਰੂ ਦੇ ਨਾਲ ਭੇਟਿਆ ਦਾ ਅਰਥ ਹੈ ਮਿਲਣ ਕਰਕੇ ਨਿਰਮਲ ਹੋ ਗਿਆ। ਜਦੋਂ ਕਹਿੰਦੇ ਨੇ ਪ੍ਰਹਿਲਾਦ ਹਾਲੇ ਮਾਤਾ ਦੇ ਗਰਭ ਦੇ ਵਿੱਚ ਸੀ, ਇੱਕ ਵਾਰੀ ਦੇਵਤਿਆਂ ਤੇ ਦੈਂਤਾਂ ਦਾ ਯੁੱਧ ਹੋਇਆ, ਤਾਂ ਕਹਿੰਦੇ ਨੇ ਇਹ ਜਿਹੜਾ ਹਰਨਾਕਸ਼ ਸੀ ਇਹ ਤਪ ਕਰਨ ਵਾਸਤੇ ਗਿਆ ਹੋਇਆ ਸੀ, ਤੇ ਜਦੋਂ ਵੇਖਿਆ ਵੀ ਹੁਣ ਦੇਵਤਿਆਂ ਦਾ ਕਬਜ਼ਾ ਹੋਣ ਲੱਗਿਆ, ਤੇ ਜਿਹੜੀ ਹਰਨਾਕਸ਼ ਦੀ ਮਾਤਾ ਸੀ ਔਰ ਉਹ ਆਪਣੇ ਬਚਾਅ ਦੇ ਲਈ ਕੋਈ ਜੰਗਲ ਦੇ ਵਿੱਚ ਸਾਧੂਆਂ ਦਾ ਆਸ਼ਰਮ ਸੀ, ਉੱਥੇ ਚਲੀ ਗਈ ਔਰ ਉੱਥੇ ਜਾ ਕੇ ਉਸਨੇ ਸੇਵਾ ਭਗਤੀ ਆਰੰਭ ਕਰ ਦਿੱਤੀ। ਤੇ ਉੱਥੇ ਹੀ ਪ੍ਰਹਿਲਾਦ ਦਾ ਜਨਮ ਹੋਇਆ ਔਰ ਛੋਟੀ ਉਮਰ ਦੇ ਵਿੱਚ ਉਹਨਾਂ ਮਹਾਂਪੁਰਖਾਂ ਤੋਂ ਹੀ ਇਸ ਨੂੰ ਦਿਖਿਆ ਤੇ ਸਿੱਖਿਆ ਪ੍ਰਾਪਤ ਹੋਈ, ਜਿਸ ਦਾ ਜ਼ਿਕਰ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰ ਰਹੇ ਹਨ। ਸਤਿਗੁਰ ਭੇਟਿਆ ਨਿਰਮਲ ਹੋਆ, ਜਦੋਂ ਉਸ ਨੂੰ ਵੀ ਸੱਚਾ ਸਤਿਗੁਰੂ ਮਿਲਿਆ, ਸੱਚੇ ਸਤਿਗੁਰੂ ਦੇ ਨਾਲ ਮਿਲਣ ਕਰਕੇ ਹੀ ਉਹਦਾ ਮਨ ਨਿਰਮਲ ਹੋ ਗਿਆ। ਭਾਵੇਂ ਰਾਖਸ਼ਾਂ ਦੇ ਘਰੇ ਜੰਮਿਆ ਸੀ, ਪਰ ਸਤਿਗੁਰੂ ਦੇ ਨਾਲ ਮਿਲਣ ਕਰਕੇ ਉਹਦਾ ਵੀ ਮਨ ਨਿਰਮਲ ਹੋ ਗਿਆ। ਅੰਦਰ ਨਾਮ ਵਖਾਣਾ, ਉਹ ਵੀ ਰਾਤ ਦਿਨ ਵਾਹਿਗੁਰੂ ਦਾ ਨਾਮ ਜਪਣ ਲੱਗ ਪਿਆ। ਏਕੋ ਪੜੈ ਏਕੋ ਨਾਉ ਬੂਝੈ, ਦੂਜਾ ਅਵਰ ਨ ਜਾਣੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਇੱਕੋ ਹੀ ਨਾਮ ਨੂੰ ਪੜ੍ਹਦਾ ਸੀ ਤੇ ਇੱਕੋ ਹੀ ਨਾਮ ਨੂੰ ਸਭ ਤੋਂ ਉੱਤਮ ਸਾਧਨ ਸਮਝਦਾ ਸੀ। ਦੂਜਾ ਅਵਰ ਨਾ ਜਾਣਾ, ਨਾਮ ਤੋਂ ਬਿਨਾਂ ਹੋਰ ਕੋਈ ਦੂਜੀ ਲਿਖਾਈ ਪੜ੍ਹਾਈ ਨੂੰ, ਹੋਰ ਕਿਸੇ ਧਰਮ ਕਰਮ ਨੂੰ ਉਹ ਕੁਝ ਵੀ ਨਹੀਂ ਸੀ ਜਾਣਦਾ। ਉਸ ਦਾ ਵਾਹਿਗੁਰੂ ਦੇ ਨਾਮ ਤੇ ਇੰਨਾ ਭਰੋਸਾ ਬੱਝਿਆ ਤੇ ਉਸ ਦਾ ਪਿਤਾ ਉਸ ਨੂੰ ਨਾਮ ਜਪਣ ਤੋਂ ਰੋਕਦਾ ਵੀ ਸੀ। ਬੜੇ ਉਸ ਨੂੰ ਤਸੀਹੇ ਵੀ ਦਿੱਤੇ, ਗੈਰ ਤਾਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਪਹਾੜ ਤੋਂ ਹੇਠਾਂ ਵੀ ਸੁੱਟਿਆ, ਪਾਣੀ ਵਿੱਚ ਵੀ ਡੋਬਿਆ, ਅੱਗ ਵਿੱਚ ਵੀ ਸੁੱਟਿਆ,
ਪਰ ਵਾਹਿਗੁਰੂ ਨੇ ਪ੍ਰਕਿਰਤੀ ਦਾ ਸੁਭਾਅ ਹੀ ਬਦਲ ਦਿੱਤਾ। ਪ੍ਰਹਿਲਾਦ ਭਗਤ ਦੀ ਰੱਖਿਆ ਹੋਈ। ਹਜ਼ੂਰ ਕਹਿੰਦੇ ਨੇ ਪ੍ਰਹਿਲਾਦ ਦਾ ਨਾਮ ਤੇ ਇੰਨਾ ਪੱਕਾ ਵਿਸ਼ਵਾਸ ਸੀ, ਇੱਕੋ ਹੀ ਨਾਮ ਨੂੰ ਪੜ੍ਹਦਾ ਸੀ ਤੇ ਇੱਕੋ ਹੀ ਨਾਮ ਨੂੰ ਸਭ ਤੋਂ ਉੱਤਮ ਸਾਧਨ ਸਮਝਦਾ ਸੀ ਤੇ ਹੋਰ ਦੂਜੇ ਕਿਸੇ ਧਰਮ ਕਰਮ ਸਾਧਨ ਨੂੰ ਕੁਝ ਜਾਣਦਾ ਹੀ ਨਹੀਂ ਸੀ। ਹਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਪਰਮ ਭੁਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਖੱਟ ਦਰਸ਼ਨ ਖੱਟ ਭੇਖ ਨੇ, ਜਿਨ੍ਹਾਂ ਦੀ ਬਾਬਤ ਮਹਾਂਪੁਰਖ ਦੱਸਦੇ ਸਨ, ਜੋਗੀ ਜੰਗਮ ਸਰੇਵੜੇ ਸੰਨਿਆਸੀ ਔਰ ਦਰਵੇਸ਼ ਛੇਵਾਂ ਜਾਮਾ ਬਿਪਰਕਾ ਜਾਮੈ ਮੀਨ ਨਾ ਮੇਖ, ਇਹ 6 ਦਰਸ਼ਨ ਨੇ। ਤੇ ਜਿਹੜੇ ਯੋਗੀ ਤੇ ਸੰਨਿਆਸੀ ਨੇ, ਸੰਨਿਆਸੀਆਂ ਦੇ 10 ਪੰਥ ਨੇ ਤੇ ਯੋਗੀਆਂ ਦੇ 12 ਪੰਥ ਨੇ। ਬਿਨ ਗੁਰ ਭਰਮ ਭੁਲਾਏ, ਪਰ ਹਜ਼ੂਰ ਕਹਿੰਦੇ ਬਿਨਾਂ ਗੁਰੂ ਤੋਂ ਇਹ ਵੀ ਭਰਮ ਦੇ ਵਿੱਚ ਹੀ ਭੁੱਲੇ ਭਟਕੇ ਫਿਰਦੇ ਹਨ। ਸਤਿਗੁਰ ਸੇਵਹਿ ਤਾਂ ਗਤ ਮਿਤ ਪਾਵਹਿ ਹਰ ਜਿਉ ਮਨ ਵਸਾਏ। ਹਾਂ, ਇਹ ਵੀ ਸਾਰੇ ਰਲ ਕੇ ਜੇ ਸਤਿਗੁਰੂ ਦੀ ਪਾਈ ਸੇਵਾ ਕਰਨ ਤਾਂ ਇਹ ਵੀ ਗਤ ਮਿਤ ਪਾਵੇ, ਗਤ ਮੁਕਤੀ ਦੀ ਮਿਤ ਮਰਜ਼ਾਦਾ ਨੂੰ ਪ੍ਰਾਪਤ ਕਰ ਸਕਦੇ ਨੇ। ਹਰ ਜਿਉ ਮਨ ਵਸਾਏ, ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਵਾਹਿਗੁਰੂ ਜੀ ਨੂੰ ਆਪਣੇ ਮਨ ਵਿੱਚ ਵਸਾ ਸਕਦੇ ਹਨ। ਸੱਚੀ ਬਾਣੀ ਸਿਉ ਚਿਤ ਲਾਗੈ ਆਵਣ ਜਾਣ ਰਹਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦਾ ਸੱਚੀ ਬਾਣੀ ਦੇ ਨਾਲ ਚਿੱਤ ਜੁੜ ਜਾਂਦਾ ਹੈ, ਆਵਣ ਜਾਣ ਰਹਾਏ, ਉਹਨਾਂ ਦਾ ਆਉਣਾ ਤੇ ਜਾਣਾ ਵੀ ਮੁੱਕ ਜਾਂਦਾ ਹੈ। ਪੰਡਿਤ ਪੜ ਪੜ ਵਾਦ ਵਖਾਣ ਬਿਨ ਗੁਰ ਪਰਮ ਭੁਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਪੰਡਤ ਲੋਕ ਨੇ ਉਹ ਵੀ ਸ਼ਾਸਤਰਾਂ ਨੂੰ ਪੁਸਤਕਾਂ ਨੂੰ ਪੜ੍ਹ ਪੜ੍ਹ ਕੇ ਵਾਦ ਵਖਾਣਾ, ਝਗੜਾ ਹੀ ਕਰਦੇ ਰਹਿੰਦੇ ਨੇ, ਚਰਚਾ ਹੀ ਕਰਦੇ ਰਹਿੰਦੇ ਨੇ। ਬਿਨ ਗੁਰ ਭਰਮ ਭੁਲਾਏ, ਬਿਨਾਂ ਗੁਰੂ ਤੋਂ ਪੜ੍ਹੇ ਲਿਖੇ ਪੰਡਤ ਵੀ ਭਰਮ ਦੇ ਵਿੱਚ ਭੁੱਲੇ ਭਟਕੇ ਫਿਰਦੇ ਹਨ। ਲੱਖ 84 ਫੇਰ ਪਿਆ ਬਿਨ ਸ਼ਬਦੈ ਮੁਕਤ ਨ ਪਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਚਾਹੇ ਕਿੰਨੇ ਵੀ ਉਹ ਵਿਦਵਾਨ ਹੋ ਗਏ, ਪਰ ਉਹਨਾਂ ਦੇ ਗਲ ਦੇ ਵਿੱਚ 84 ਲੱਖ ਜੂਨਾਂ ਦਾ ਚੱਕਰ ਪੈ ਗਿਆ। ਲੱਖ 84 ਫੇਰ ਪਿਆ, ਉਹਨਾਂ ਨੂੰ 84 ਲੱਖ ਜੂਨਾਂ ਦਾ ਚੱਕਰ ਪੈ ਗਿਆ। ਬਿਨ ਸ਼ਬਦੈ ਮੁਕਤ ਨਾ ਪਾਏ, ਬਿਨਾਂ ਗੁਰੂ ਸ਼ਬਦ ਦੀ ਕਮਾਈ ਤੋਂ, ਬਿਨਾਂ ਗੁਰੂ ਦੇ ਬਖਸ਼ੇ ਗੁਰ ਮੰਤਰ ਦੀਖਿਆ ਮੰਤਰ ਦੀ ਕਮਾਈ ਤੋਂ ਮੁਕਤ ਨਾ ਪਾਇਓ, ਮੁਕਤੀ ਨਹੀਂ ਪ੍ਰਾਪਤ ਕਰ ਸਕਦੇ। ਜਾਂ ਨਾਉ ਚੇਤੈ ਤਾਂ ਗਤ ਪਾਏ, ਜਾਂ ਸਤਿਗੁਰ ਮੇਲ ਮਿਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹਾਂ, ਜਦੋਂ ਨਾਮ ਨੂੰ ਕੋਈ ਚੇਤੇ ਕਰਦਾ ਹੈ ਤਾਂ ਉਹ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ। ਜਾਂ ਸਤਿਗੁਰ ਮੇਲ ਮਿਲਾਏ, ਤੇ ਭਾਈ ਜਦੋਂ ਸਤਿਗੁਰੂ ਵਾਹਿਗੁਰੂ ਦੇ ਮੇਲ ਵਿੱਚ ਮਿਲਾਉਂਦੇ ਨੇ ਤਾਂ ਹੀ ਉਸ ਦੇ ਨਾਲ ਮਿਲਿਆ ਜਾਂਦਾ ਹੈ। ਸਤ ਸੰਗਤ ਮੈਂ ਨਾਮ ਹਰ ਉਪਜੈ, ਜਾਂ ਸਤਿਗੁਰ ਮਿਲੈ ਸੁਭਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਮਹਾਰਾਜ ਨਾਮ ਕਿੱਥੋਂ ਪ੍ਰਾਪਤ ਹੁੰਦਾ ਹੈ? ਹਜ਼ੂਰ ਕਹਿੰਦੇ, ਸਤ ਸੰਗਤ ਮੈਂ ਨਾਮ ਹਰ ਉਪਜੈ। ਸਤ ਸੰਗਤ ਵਿੱਚ, ਗੁਰੂ ਦੀ ਸਤ ਸੰਗਤ ਵਿੱਚ ਆ ਕੇ ਵਾਹਿਗੁਰੂ ਦਾ ਨਾਮ ਭਾਈ ਪ੍ਰਗਟ ਹੁੰਦਾ ਹੈ। ਸਾਡੇ ਹਿਰਦੇ ਵਿੱਚ ਨਾਮ ਦੀ ਉਮੰਗ ਤੇ ਤਰੰਗ ਪੈਦਾ ਹੁੰਦੀ ਹੈ। ਸਤ ਸੰਗਤ ਵਿੱਚ ਆ ਕੇ ਨਾਮ ਜਪਣ ਦਾ ਚਾਅ ਤੇ ਉਮਾਹ ਪੈਦਾ ਹੁੰਦਾ ਹੈ। ਜਾਂ ਸਤਿਗੁਰ ਮਿਲੇ ਸੁਭਾਏ, ਬਈ ਜਦੋਂ ਸੁਭਾਵਕ ਹੀ ਸੁਤੇ ਸਿੱਧ ਹੀ ਸਤਿਗੁਰੂ ਮਿਲਦੇ ਨੇ। ਜਦੋਂ ਆਪਾਂ ਸਤ ਸੰਗਤ ਵਿੱਚ ਆ ਜਾਂਦੇ ਹਾਂ ਤਾਂ ਸੁਤੇ ਸਿੱਧ ਹੀ ਸਤਿਗੁਰੂ ਦੇ ਦਰਸ਼ਨ ਦੀਦਾਰ ਹੁੰਦੇ ਨੇ, ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਵਾਹਿਗੁਰੂ ਦਾ ਨਾਮ ਸਾਡੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ। ਮਨ ਤਨ ਅਰਪੀ ਆਪ ਗਵਾਈ, ਚੱਲਾਂ ਸਤਿਗੁਰ ਭਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਆਪਣਾ ਮਨ ਵੀ ਤੇ ਤਨ ਵੀ ਗੁਰੂ ਨੂੰ ਭੇਟ ਕਰਕੇ ਤੇ ਫਿਰ ਆਪਾ ਭਾਵ ਨੂੰ ਗੁਆ ਕੇ ਚੱਲਾਂ ਸਤਿਗੁਰ ਪਾਏ। ਸਤਿਗੁਰੂ ਦੇ ਅਨੁਸਾਰ ਹੋ ਕੇ ਭਾਈ ਚੱਲਣਾ ਚਾਹੀਦਾ ਹੈ। ਸਦ ਬਲਿਹਾਰੀ ਗੁਰ ਆਪਣੇ ਵਿਟੋ, ਜੇ ਹਰ ਸੇਤੀ ਚਿਤ ਲਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਆਪਣੇ ਸਤਿਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਣੇ ਹਾਂ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜੇ ਹਰ ਸੇਤੀ ਚਿਤਲਾਏ, ਜਿਹੜਾ ਵਾਹਿਗੁਰੂ ਦੇ ਨਾਲ ਸਾਡੇ ਚਿੱਤ ਨੂੰ ਜੋੜਨ ਵਾਲਾ ਹੈ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੈ,
ਹਰ ਸੇਤੀ ਰੰਗ ਰਾਤਾ। ਮਹਾਰਾਜ ਤੁਹਾਡੇ ਖਿਆਲਾਂ ਵਿੱਚ ਬ੍ਰਾਹਮਣ ਕੌਣ ਹੋ ਸਕਦਾ ਹੈ? ਤਾਂ ਹਜ਼ੂਰ ਕਹਿੰਦੇ ਨੇ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ। ਅਸਲੀ ਬ੍ਰਾਹਮਣ ਉਹ ਹੈ ਜਿਹੜਾ ਉਸ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਵੇ। ਬ੍ਰਹਮ ਗਿਆਨੀ ਹੀ ਬ੍ਰਾਹਮਣ ਸੁਲਵਾ ਸਕਦਾ ਹੈ। ਹਰ ਸੇਤੀ ਰੰਗ ਰਾਤਾ, ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਹਮੇਸ਼ਾ ਲਈ ਪ੍ਰੇਮ ਕਰਕੇ ਉਹਦੇ ਨਾਮ ਦੇ ਭਗਤੀ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਪ੍ਰਭ ਨਿਕਟ ਵਸੈ ਸਭਨਾ ਘਾਟ ਅੰਤਰ, ਗੁਰਮੁਖ ਵਿਰਲੇ ਜਾਤਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਹੀ ਜੀਵਾਂ ਦੇ ਘਟ ਸਰੀਰ ਦੇ ਅੰਦਰ ਤੇ ਸਭ ਦੇ ਹੀ ਨੇੜੇ ਵਸ ਰਿਹਾ ਹੈ। ਗੁਰਮੁਖ ਵਿਰਲੇ ਜਾਤਾ, ਪਰ ਕਿਸੇ ਵਿਰਲੇ ਨੇ ਹੀ ਗੁਰੂ ਦੁਆਰਾ ਉਸ ਨੂੰ ਜਾਣਿਆ ਹੈ। ਇਹ ਤੇ ਗੱਲ ਅਸੀਂ ਸਾਰੇ ਹੀ ਕਹਿੰਦੇ ਹਾਂ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਵੀ ਵਾਹਿਗੁਰੂ ਘਟਾਂ ਘਟਾਂ ਵਿੱਚ ਵਸ ਰਿਹਾ ਹੈ। ਪਰ ਹਜ਼ੂਰ ਕਹਿੰਦੇ ਇਹ ਤਾਂ ਸਾਰੇ ਹੀ ਇਹ ਗੱਲ ਕਹਿੰਦੇ ਨੇ, ਪਰ ਕਿਸੇ ਵਿਰਲੇ ਨੇ ਹੀ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਜਾਣਿਆ। ਨਾਨਕ ਨਾਮ ਮਿਲੈ ਵਡਿਆਈ, ਗੁਰ ਕੈ ਸ਼ਬਦ ਪਛਾਤਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਸ ਨੂੰ ਜਾਣਿਆ ਕਿਵੇਂ ਹੈ? ਗੁਰ ਕੈ ਸ਼ਬਦ ਪਛਾਤਾ। ਹਜ਼ੂਰ ਕਹਿੰਦੇ ਗੁਰੂ ਕੇ ਸ਼ਬਦ ਦੁਆਰਾ, ਗੁਰੂ ਦੇ ਬਖਸ਼ੇ ਨਾਮ ਬਾਣੀ ਦੇ ਅਭਿਆਸ ਦੁਆਰਾ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਛਾਣਿਆ ਹੈ। ਨਾਨਕ ਨਾਮ ਮਿਲੈ ਵਡਿਆਈ। ਹਜ਼ੂਰ ਕਹਿੰਦੇ ਹੁਣ ਸਾਨੂੰ ਨਾਮ ਦੀ ਹੀ ਵਡਿਆਈ ਪ੍ਰਾਪਤ ਹੋਵੇਗੀ। ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੁਆਰਾ ਵਾਹਿਗੁਰੂ ਨੂੰ ਪਛਾਣ ਲਿਆ ਹੈ, ਤੇ ਫਿਰ ਉਹਨਾਂ ਨੂੰ ਗੁਰੂ ਦੀ ਕਿਰਪਾ ਦੁਆਰਾ ਨਾਮ ਦੀ ਵਡਿਆਈ ਪ੍ਰਾਪਤ ਹੁੰਦੀ ਹੈ, ਅਥਵਾ ਨਾਨਕ ਨਾਮ ਮਿਲੈ ਵਡਿਆਈ। ਹਜ਼ੂਰ ਕਹਿੰਦੇ ਨੇ ਜਿਹੜੇ ਗੁਰੂ ਸ਼ਬਦ ਦੀ ਕਮਾਈ ਕਰਦੇ ਹਨ, ਉਹਨਾਂ ਨੂੰ ਫਿਰ ਨਾਮ ਦੀ ਵਡਿਆਈ ਮਿਲਦੀ ਹੈ। ਤੇ ਜਿਨ੍ਹਾਂ ਨੂੰ ਨਾਮ ਦੀ ਵਡਿਆਈ ਪ੍ਰਾਪਤ ਹੋ ਜਾਵੇ, ਤੇ ਫਿਰ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦੇ ਹਨ। ਇਹ ਐਸੀ ਮਹਾਨ ਪਵਿੱਤਰ ਸਿੱਖਿਆ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀ। ਆਪਾਂ ਇਸ ਨੂੰ ਸੁਣਿਆ, ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਪ੍ਰਭ ਨਿਕਟ ਵਸੈ ਸਭਨਾ ਘਾਟ ਅੰਤਰ, ਗੁਰਮੁਖ ਵਿਰਲੇ ਜਾਤਾ। ਨਾਨਕ ਨਾਮ ਮਿਲੈ ਵਡਿਆਈ, ਗੁਰ ਕੈ ਸ਼ਬਦ ਪਛਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।